ਹੁਣ साडे स्पोक्समैन ने सरदार मनदीप सिंह होनी वो तुहाडे नाल चंद क गल्लां ने जिहड़ियां वो तुहाडे नाल साझीਆਂ करनगे। इत्थे दे वैल एजुकेटेड पढ़े लिखे ने ते मैं इन्हां दा भी धन्नवाद करदा कि इन्हां ने भी श्रोमणी अकाली दल अंम੍ਰਿਤਸਰ दे विच अपनी जिंदगी दे रजेविਆਂ ਦੇ ਵਿੱਚੋਂ टाइम ਕੱਢ के हमेशा ही ये सेवा लई है ते बड़ी सुहिरदता दे नाल साथ निभाउंदे है। यूथ दे कनेडा दे स्पोक्समैन सरदार मनदीप सिंह जी बैंस। वाहिगुरू जी का खालसा वाहिगुरू जी की फतेह। पहला तो मैं सारी साध संगत नूं विसाखी दियां लख लख कोट कोट बधाइयां दिंदा जी। ते जिहड़ा खालसे दा जन्म होया सी ਇਹ ਸਾਰਿਆਂ ਨੂੰ ਪਤਾ ਹੈ ਕਿ ਜੋ ਆਪਣਾ ਜ਼ੁਲਮ ਵੱਧ ਗਿਆ ਸੀ ਉਸ ਕਰਕੇ ਹੋਇਆ ਸੀ ਤੇ ਹੁਣ ਗੱਲਾਂ ਸਾਰਿਆਂ ਨੇ ਇੱਥੇ ਕਰ ਲੀਆਂ ਨੇ ਉਹੀ ਰਿਪੀਟ ਮੈਂ ਕਰਨੀਆਂ ਨਹੀਂ ਚਾਹੁੰਦਾ। ਬਟ ਐਜ਼ ਅ ਯੂਥ ਆਫ ਕੈਨੇਡਾ I would like to humbly request you that we must show the unity to the world, otherwise we won't get anywhere, as Harpreet Singh Khalsa said it in a poem. So ਇਹ ਸਾਡੀ ਬੇਨਤੀ ਆ ਪਲੀਜ਼ ਸਾਰੇ ਸਿੱਖਾਂ ਨੂੰ कि जे साडे कोई मतभेद है like get along, but for the sake of the qawm can't we just be on the one like platform? So मेरी बेनती है कि आपां जो कि हुण श्रोमणी अकाली दल ਅੰਮ੍ਰਿਤਸਰ एक पार्टी आ because this age is of democracy. So democracy with ਦੇ ਵਿੱਚ ਆਪਾਂ peacefully ਆਪਣਾ ਜਿਹੜਾ ਕੌਮੀ ਘਰ ਖਾਲਿਸਤਾਨ ਹੈ ਉਹ ਬਣਾ ਸਕਦੇ ਆ। ਲਾਈਕ ਜਿਹੜੇ ਬੰਦੇ ਆ ਕਹਿੰਦੇ ਆ ਜੀ ਖਾਲਿਸਤਾਨ ਦੇ ਵਿੱਚ ਸਿੱਖੀ ਰਹਿਣਗੇ ਜਾਂ ਬਾਕੀਆਂ ਨੂੰ ਕੱਢ ਦਿੱਤਾ ਜਾਊਗਾ। ਜਿਹੜਾ ਜੇ ਆਪਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਵੀ ਪੜ੍ਹਦੇ ਆ ਉਹਦੇ ਵਿੱਚ ਵੀ ਜੇ ਬਾਣੀ ਆਉਂਦੀ ਆ ਉੱਥੇ ਭਗਤ ਅਲੱਗ-ਅਲੱਗ ਭਗਤ ਧਰਮਾਂ ਤੋਂ ਜਾਤਾਂ ਤੋਂ ਬੈਠੇ ਨੇ ਤੇ ਫਿਰ ਆਪਾਂ ਕਿੱਦਾਂ ਆਪਣੇ ਪਾਰਸ਼ੈਲਿਟੀ ਦਿਖਾ ਸਕਦੇ ਆ ਵੀ ਜੇ ਖਾਲਿਸਤਾਨ ਦੇ ਵਿੱਚ ਇਕੱਲੇ ਸਿੱਖੀ ਰਹਿਣਗੇ। ਤੇ ਆਪਣੇ ਸੁਖਦੇਵ ਸਿੰਘ ਜੀ ਟੋਰਾਂਟੋ ਤੋਂ ਆ ਕੇ ਤੁਹਾਨੂੰ ਦੱਸ ਹੀ ਗਿਆ ਬਾਬਾ ਬੰਦਾ ਸਿੰਘ ਬਹਾਦਰ ਦਾ ਰਾਜ ਹੋਇਆ ਇੱਕੋ ਇੱਕ ਤੇ ਜਿੱਥੇ ਕਿ ਇਕੁਆਲਿਟੀ ਹੋਈ ਆ। ਉਸ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਜੀ ਨੇ ਐਸਾ ਰਾਜ ਦਿੱਤਾ ਹੈ ਤੇ ਆਪਣੇ ਪੰਜਾਬੀਆਂ ਦੀ ਜਿਹੜਾ ਲਿਟਰੇਸੀ ਰੇਟ ਸੀਗਾ ਉਸ ਰਾਜ ਦੇ ਵਿੱਚ ਵਾਸ ਟਾਪ ਨੌਚ ਤੇ ਯੂਰੋਪੀਅਨ ਵੀ ਇਸ ਗੱਲ ਨੂੰ ਮੰਨਦੇ ਆ। ਤੁਸੀਂ ਸਕਾਲਰ ਹੋ ਸਾਰੇ ਆਪਣੇ ਬੰਦੇ ਪੜ੍ਹੇ ਲਿਖੇ ਨੇ ਤੁਸੀਂ ਪੜ੍ਹ ਸਕਦੇ ਹੋ ਸਕਾਲਰਾਂ ਨੇ ਲਿਖਿਆ ਹੈ ਕਿ ਤੁਹਾਡਾ ਲਿਟਰੇਸੀ ਰੇਟ ਵਾਸ ਫਾਰ। ਸੋ ਐਂਡ ਜਿਹੜੀ ਗੱਲਬਾਤ ਹੁਣ ਉਸ ਰਾਜ ਦੇ ਵਿੱਚ ਆਪਾਂ ਕਰੀਏ ਵੀ ਕਿੰਨਾ ਕਾਣ ਹੋਇਆ। ਹੁਣ ਜੇ ਆਪਾਂ 1849 ਤੋਂ ਲੈ ਕੇ ਆਪਾਂ ਗੁਲਾਮ ਹੋ ਗਏ ਆ, ਪਹਿਲਾਂ ਬ੍ਰਿਟਿਸ਼ ਦੇ ਹੋਏ ਫਿਰ ਅਸੀਂ ਹਿੰਦੁਸਤਾਨ ਦੇ ਹੋ ਗਏ ਕਿਉਂਕਿ ਸਾਡੇ ਨਾਲ ਧੋਖਾ ਹੋਇਆ। ਬ੍ਰਿਟਿਸ਼ ਨੇ ਜਿਹੜਾ ਸਾਡਾ ਰਾਜ ਬਣਦਾ ਸੀ ਸਾਨੂੰ ਨਹੀਂ ਦਿੱਤਾ ਤੇ ਸਾਡਾ ਜਿਹੜਾ ਰਾਜ ਸੀਗਾ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਉਹਦੇ ਵਿੱਚ ਇੱਕ ਹੀ ਕਤਲ ਹੋਇਆ, ਇੱਕ ਹੀ ਫਾਂਸੀ ਲੱਗੀ ਆ। ਤੇ ਤੁਹਾਨੂੰ ਇਹ ਯੂ ਬੀ ਸਰਪ੍ਰਾਈਜ਼ ਟੂ ਫਾਈਂਡ ਦਿਸ ਆਊਟ that it was not a common citizen who was hanged during Maharaja Ranjit Singh's kingdom. It was the Sipahis. The soldier was hanged because they mistreated the citizens. So ਆਪਣਾ ਤੁਸੀਂ ਇਹ ਗੱਲਬਾਤ ਆਪਣੇ ਜੈਨਾਂ ਦੇ ਵਿੱਚ ਲਿਆਓ ਕਿਉਂਕਿ ਆਪਣੇ ਸਿਰ ਲੱਗ ਚੁੱਕੇ ਨੇ ਜਿਹੜੇ ਲੱਗਣੇ ਸੀ। ਜਿਹੜੇ ਲੋਕ ਕਹਿੰਦੇ ਆ ਜੀ ਇਸ ਖਾਲਿਸਤਾਨ ਦੀ ਗੱਲ ਕਰੇ ਨਾਲ ਮਰਨਾ ਜਾਂ ਹੋਰ ਬਟ ਆਪਣਾ ਇਹ ਪੀਸਫੁਲ ਤਰੀਕੇ ਨਾਲ ਆਪਾਂ ਵੀ ਕੈਨ ਗੈਟ ਸਮਵੇਅਰ ਲਾਈਕ देयर इज नो डाउट अबाउट इट। ਸੋ ਮੇਰੀ ਇਹ ਹੰਬਲ ਬੇਨਤੀ ਆ ਸਾਰਿਆਂ ਨੂੰ ਕਿ ਆਪਾਂ ਇਕੱਠੇ ਹੋ ਕੇ ਜੇ ਆਪਾਂ ਆਪਣੀਆਂ ਅਗਲੀਆਂ ਨਸਲਾਂ ਨੂੰ ਮਤਲਬ ਚਾਹੁੰਦੇ ਆ ਜਿਹੜੀ ਪੱਗ ਆ ਹੁਣ ਮੈਂ ਦੇਖਦਾ ਹਾਂ ਲਾਈਕ ਆਈ ਵਾਸ ਕਲੀਨ ਸ਼ੇਵਨ ਗਾਈ ਟੂ ਅਬਾਊਟ 3 ਇਅਰਸ ਅਗੋ ਤੇ ਹੁਣ ਮੈਂ ਦੇਖ ਰਿਹਾ ਕਈ ਆਪਣੇ ਬੰਦੇ ਨੇ ਜਿਹੜੇ ਆਪਣੇ ਮੇਰੀ ਉਮਰ ਦੇ ਨੇ ਜਿਨ੍ਹਾਂ ਦੇ ਜਵਾਕ ਨੇ ਉਹ ਜੂੜਾ ਰੱਖ ਲੈਂਦੇ ਆਪਣੇ ਜਵਾਕਾਂ ਦੇ। ਤੇ ਹੁਣ ਭਵਿੱਖ ਦੇ ਵਿੱਚ ਜਿੱਦਾਂ ਕਿ ਗੁਰਜੋਤ ਵੀਰ ਜੀ ਨੇ ਤੁਹਾਨੂੰ ਦੱਸਿਆ ਹੈ ਇੰਡੀਅਨ ਗਵਰਨਮੈਂਟ ਨੇ ਸਾਡੀਆਂ ਜ਼ਮੀਨਾਂ ਤਾਂ ਨੱਪਣੀਆਂ ਨੇ ਤੇ ਹੁਣ ਸਾਡੀ ਪੱਗ ਦੀ ਗੱਲ ਨਹੀਂ ਕਰਦਾ ਕੋਈ। ਹੁਣ ਫਰਾਂਸ ਦੇ ਵਿੱਚ ਬੈਨ ਹੈ, ਹੋਰ ਵੀ ਕੰਟਰੀਆਂ ਤੇ ਲੱਗ ਜਾਣਾ ਹੌਲੀ ਹੌਲੀ। ਤੇ ਜਿਹੜੇ ਬੱਚਿਆਂ ਨੂੰ ਤੁਸੀਂ ਪਟਕੇ ਬੰਨ੍ਹ ਕੇ ਪੱਗਾਂ ਦੇ ਲਈ ਤਿਆਰ ਕਰ ਰਹੇ ਹੋ ਉਹਨਾਂ ਨੂੰ ਹਿਊਮਿਲੀਏਸ਼ਨ ਹੋਣੀ ਆ ਉਹ ਪੱਗ ਪਹਿਨ ਕੇ ਕਿਉਂਕਿ ਹੁਣ 에ਅਰਪੋਰਟਾਂ ਤੇ ਵੀ ਤੁਹਾਡੀ ਪੱਗ ਦੀ ਤਲਾਸ਼ੀ ਹੋਏ ਕਰਨੀ ਆ। Maybe in the near future you might have to take this off too. All this is only happening because we do not have our own system, our own sovereign state Khalistan. क्योंकि कौमी घर होना एक जरूरी है। एक कौम आप एक अलग कौम आ। अज तुसीं सारे ये खालसे का जन्म दिहाड़ा मना रहे हो। गुरु गोबिंद सिंह जी ने आपां नूं एक अलग कौम के वजों इस धरती के उपर थापिया है ते अपना राज होगा। आपां ਹੁਣ ਦੇਖਦੇ ਆ ਸਾਰੇ ਕਹਿ ਦਿੰਦੇ ਆ ਜੀ ਸਾਡੇ ਤੇ ਜ਼ੁਲਮ ਹੋ ਗਿਆ ਸਾਨੂੰ ਲੋੜ ਹੈ ਕੋਈ ਲੀਡਰ ਆਵੇ। ਲੀਡਰਲੈਸ ਹੈ ਜੀ ਅਸੀਂ। ਸੰਤ ਪਿੰਡਰਾਂ ਵਾਲੇ ਆ ਜਾਣ, ਸਰਦਾਰ ਕਪੂਰ ਸਿੰਘ ਆ ਜਾਣ
ਤੁਸੀਂ ਪਹਿਲਾਂ ਸਰਦਾਰ ਕਪੂਰ ਸਿੰਘ ਨੂੰ ਰੋਲਿਆ, ਫਿਰ ਸੰਤ ਭਿੰਡਰਾਂ ਵਾਲਿਆਂ ਦੀ ਵੀ ਸ਼ਹੀਦੀ ਆਪਾਂ ਹੁਣ ਰੋਲਣ ਦੇ ਕਿਨਾਰੇ ਆ, ਤੇ ਸਰਦਾਰ ਸਿਮਰਨਜੀਤ ਸਿੰਘ ਮਾਨ 30 years he have struggled for 30 years. This is the only man, he spent 5 years in solitary confinement, ਜਿੱਥੇ ਉਹਨਾਂ ਨੂੰ ਇਕੱਲੇ ਰੱਖਿਆ ਗਿਆ, ਇੱਕ ਪਾਗਲ ਬੰਦੇ ਦੇ ਨਾਲ ਰੱਖਿਆ ਗਿਆ ਜਿਹੜਾ ਕਿ ਆਪਣਾ ਬਹੁਤ ਜ਼ਿਆਦਾ ਉੱਥੇ ਗਲਤ ਮਿਸਬਿਹੇਵ ਕਰਦਾ ਸੀਗਾ ਮਾਨ ਸਾਹਿਬ ਨਾਲ। 5 years he did not, like, his family was not aware if he's even alive or not, but after that he struggled for 30 years for us. So ਆਪਾਂ ਹੁਣ ਇਸ ਗੱਲ ਦਾ ਫਾਇਦਾ ਚੱਕ ਸਕਦੇ ਆ, ਆਪਾਂ ਲੀਡਰਲੈਸ ਨਹੀਂ ਆ, we are not leaderless. We do have a leader. He is quite an intellectual. He is a gold medalist in history, and when he was a MP, he's got the award for #1 MP in India, which no one have ever achieved that. So we cannot say that we're leaderless. Please don't say that. ਕਿਉਂਕਿ ਜੇ ਸਿੱਖ ਹੀ ਨਹੀਂ ਆਪਣੇ ਸਿੱਖਾਂ ਭਰਾਵਾਂ ਦੀ ਗੱਲ ਕਰਨਗੇ, ਕਿਉਂਕਿ ਸਾਡਾ 1.5 ਲੱਖ ਜਿਹੜਾ ਕਿ ਸਾਨੂੰ ਲੱਗਦਾ ਵੀ ਲੱਗਿਆ, ਹੋ ਸਕਦਾ ਇਟ ਇਜ਼ ਡਬਲ, ਬਿਕਾਜ਼ ਇੰਡੀਆ ਦਾ ਜਿਹੜਾ ਸਿਸਟਮ ਹੈ ਉਹਨਾਂ ਨੇ ਸਾਰੇ ਆਪਣੇ ਜਿਹੜੇ ਆંકੜੇ ਸੀਗੇ ਉਹ ਲੁਕੋ ਲੱਤੇ ਸੀਗੇ, ਤੇ ਹੁਣ ਪਿੱਛੇ ਜੇ ਖਬਰ ਆਈ ਆ ਜਿਹੜੇ ਆਪਣੇ ਸਜ਼ਾਵਾਂ ਹੋਣੀਆਂ ਸੀਗੀਆਂ ਉਹਨਾਂ ਦੇ ਰੈਕਡ ਹੀ ਡਿਲੀਟ ਕਰ ਦਿੱਤੇ ਗਏ ਨੇ ਸਿਸਟਮ ਦੇ ਵਿੱਚੋਂ। ਕੀ ਗੱਲ ਆ ਬਈ, ਹੁਣ ਅਸੀਂ ਇਟਸ ਬਿਨ ਓਵਰ 30 years our genocide has been done, and it is a genocide, but I feel lots of Sikhs say dange, what, that was well planned genocide. Even the theocratic Hindutva system is even saying that we did the genocide to the Sikhs. So I think ਆਪਾਂ ਨੂੰ ਹੁਣ ਇਕੱਠੇ ਹੋ ਜਾਣਾ ਚਾਹੀਦਾ ਹੈ, ਕਿਉਂਕਿ ਸਿਆਣੇ ਬੰਦੇ ਦਾ ਇਹ ਫਰਜ਼ ਹੁੰਦਾ ਹੈ। ਜੇ ਆਪਣੇ ਕੋਲ ਏਕਾ ਨਹੀਂ ਹੈ ਤਾਂ ਫਿਰ ਠੋਕਰਾਂ ਖਾਈ ਜਾਵਾਂਗੇ। ਜਿਹੜੀਆਂ ਅਗਲੀਆਂ ਜਨਰੇਸ਼ਨ ਨੇ ਪੱਗਾਂ ਆਪਾਂ ਨੇ ਬੰਨ੍ਹ ਕੇ ਉਹਨਾਂ ਨੂੰ ਰੈਡੀ ਕਰ ਦੇਣਾ, ਹਿਊਮਿਲੀਏਸ਼ਨ ਉਹਨਾਂ ਦੀ ਹੋਣੀ ਆ, ਤੇ ਉਸ ਤੋਂ ਬਾਅਦ ਉਹ ਫਿਰ ਬਾਲ ਕਟਾਉਣਗੇ, ਤੇ ਫਿਰ ਇੱਕ ਦੇਖ ਲਓ ਇਹ ਦਾਗ ਲੱਗ ਜਾਣਾ ਗੁਰੂ ਗੋਬਿੰਦ ਸਿੰਘ ਜੀ ਨੂੰ, ਕਿਉਂਕਿ ਆਪਾਂ ਉਹਨਾਂ ਦੇ ਪੁੱਤਰ ਆ। ਗੁਰੂ ਗੋਬਿੰਦ ਸਿੰਘ ਜੀ ਨੇ ਅਥਾਰਟੀ ਦਿੱਤੀ ਆ ਖਾਲਸੇ ਨੂੰ। ਤੁਸੀਂ ਸਿੱਖੋ, ਮੈਂ ਵੀ ਮੁੜਿਆ, ਆਪਣਾ ਕਲੀਨ ਸ਼ੇਵ ਸੀ ਮੈਂ ਵੀ। ਸਾਰੇ ਜਿਹੜੇ ਵੀਰ ਆ, ਜਿਹੜਾ ਧਰਮ ਹੈ ਇਹ ਆਪਾਂ ਇਟ ਇਜ਼ ਇੰਡੀਵਿਜੂਅਲ, ਆਪੋ ਆਪਣਾ ਵੱਖਰਾ ਵੱਖਰਾ ਧਰਮ ਹੈ। ਮੈਂ ਨਹੀਂ ਕਹਿੰਦਾ ਕਿਸੇ ਨੂੰ ਤੁਸੀਂ ਆਪਣਾ ਭਾਈ ਬਾਲ ਰੱਖ ਲਓ ਜਾਂ ਦਾੜੀ ਨਾ ਕੱਟੋ, ਇਹ ਤੁਹਾਡਾ ਆਪਣਾ ਹੈ। ਬਟ ਐਜ਼ ਅ ਹਿਊਮਨ ਬੀਇੰਗ, can't we even talk about our brothers and sisters, like our kids? They were burnt alive. We can't, are we so, do we don't have any shame left for our own self? So ਸੰਤ ਭਿੰਡਰਾਂ ਵਾਲੇ ਕਹਿੰਦੇ ਸੀਗੇ ਜੇ ਜ਼ਮੀਰ ਦਾ ਮਰ ਗਿਆ ਤਾਂ ਉਹ ਅਸਲ ਮੌਤ ਹੈ, ਸਰੀਰ ਦੀ ਮੌਤ ਮੌਤ ਨਹੀਂ। ਸੋ ਜਦੋਂ ਤੁਸੀਂ ਅੱਜ ਸੌਵੋ, ਜਿਹੜੇ ਬੰਦੇ ਇੱਥੇ ਮੈਨੂੰ ਸੁਣ ਰਹੇ ਨੇ ਉਹ ਸੋਚ ਲਿਓ ਵੀ ਸਾਡੀ ਜ਼ਮੀਰ ਤਾਂ ਨਹੀਂ ਕਿਤੇ ਮਰ ਗਈ। Is our conscience, is it even alive? Because ਜੇ ਮਰ ਗਈ ਆ ਫਿਰ ਤਾਂ ਚਲੋ ਓਕੇ ਹੀ ਆ ਕੰਮ। ਤੇ ਜਿਹੜੇ ਜਿਉਂਦੀ ਜਾਗਦੀ ਵਾਲੇ ਹੈਗੇ ਨੇ, ਮੇਰੀ ਹੱਥ ਬੰਨ੍ਹ ਕੇ ਬੇਨਤੀ ਆ ਸਾਰਿਆਂ ਨੂੰ, ਐਜ਼ ਅ ਵਰਕਰ ਸੇਵਾਦਾਰ ਆਫ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਕਿ ਆਪਾਂ ਇੱਕ ਪਲੇਟਫਾਰਮ ਤੇ ਇਕੱਠੇ ਹੋ ਜਾਈਏ ਤੇ ਕੁਝ ਆਪਣੀਆਂ ਜਿਹੜੀਆਂ ਆਉਣ ਵਾਲੀਆਂ ਨਸਲਾਂ ਨੇ ਉਹਨਾਂ ਦੇ ਲਈ ਵੀ ਕੁਝ ਚੰਗਾ ਸਿਰਜ ਜਾਈਏ, ਕਿਉਂਕਿ ਆਪਾਂ ਦਾ ਹੁਣ ਘਾਣ ਹੋ ਰਿਹਾ। ਮੇਰੇ ਵੀਰ ਮੈਂ ਇੱਕ ਟੱਚ ਦੇ ਦੇਵਾਂ ਹੁਣ, ਤੇ ਜੇ ਕਿਸੇ ਨੂੰ ਕੋਈ ਕੁਐਸਚਨ ਵੀ ਹੋਵੇ ਇੱਥੇ ਤੁਰਿਆ ਫਿਰਦਾ ਵੀ ਖਾਲਿਸਤਾਨ ਦਾ ਕਿੱਦਾਂ ਦਾ ਹੋਊਗਾ, ਹੋਰ ਹੋਊਗਾ, ਯੂ ਕੈਨ ਕਮ ਐਂਡ ਸਪੀਕ ਟੂ ਮੀ, ਆਈ ਵੁੱਡ ਲਵ ਟੂ ਟਾਕ ਟੂ ਯੂ। ਤੇ ਜਿਹੜਾ ਇਕਨੋਮਿਕਲ ਸਟਰਕਚਰ ਹੈ, ਵੀ ਹੈਵ ਦ ਰਿਚੈਸਟ ਲੈਂਡ ਇਨ ਦ ਸਾਊਥਰਨ ਏਸ਼ੀਆ ਦੇਅਰ, ਤੇ ਸਾਡੀ ਜਿਹੜੀ ਬਿਜਲੀ ਆ, ਸਾਡੇ ਪਾਣੀ ਲੁੱਟ ਲਿਆ, ਔਰ ਬਿਜਲੀ ਜਿਹੜਾ ਭਾਖੜਾ ਡੈਮ ਆ, ਇਟ ਇਜ਼ ਪ੍ਰੋਡਿਊਸਿੰਗ ਲੋਟਸ ਆਫ ਇਲੈਕਟ੍ਰਿਸਿਟੀ which is given away free. It's given away free for producing electricity for the Punjab. We gotta buy the coal. ਸਾਨੂੰ ਕੋਲਾ ਖਰੀਦਣਾ ਪੈਂਦਾ ਬਿਹਾਰ ਤੋਂ, ਯੂਪੀ ਤੋਂ, which ਕੋਲਾ, ਜਿਹੜਾ ਕੋਲਾ is contaminated with uranium, so we have to pay the price for that ਕੋਲਾ. After that, ਜਦੋਂ ਅਸੀਂ ਉਹਨੂੰ ਥਰਮਲ ਪਲਾਂਟਾਂ ਦੇ ਵਿੱਚ ਇਲੈਕਟ੍ਰਿਸਿਟੀ ਬਣਾਉਣ ਦੇ ਲਈ ਯੂਜ਼ ਕਰਦੇ ਹਾਂ, it becomes toxic. There is a huge numbers of cancer rate. 76% is on the youth is on the drugs. So this is the next stage of genocide, because you guys have gone to universities or colleges or whatever. You guys know what is happening. You can check Google the genocide, the encyclopedia of genocide. You can check it out for your own self. I don't need to tell you anything. We are not brainwashing here. ਅਸੀਂ ਕੋਈ ਬ੍ਰੇਨ ਵਾਸ਼ ਨਹੀਂ ਕਰਦੇ, ਕਿਉਂਕਿ ਲੋਕ ਇਹ ਵੀ ਕਹਿ ਦਿੰਦੇ ਆ ਜਿਹੜੇ ਖਾਲਿਸਤਾਨੀ ਆ ਜੀ ਇਹ ਬ੍ਰੇਨ ਵਾਸ਼ ਕਰਕੇ ਬੰਦੇ ਮਰਾਉਂਦੇ ਆ। ਅਸੀਂ ਇਸ ਡੈਮੋਕ੍ਰੇਸੀ ਦੀ ਏਜ ਦੇ ਵਿੱਚ ਆਪਣਾ ਪੀਸਫੁਲ ਢੰਗ ਦੇ ਨਾਲ ਸਿੱਖਾਂ ਦਾ ਰਾਜ ਲੈ ਕੇ ਆਉਣਾ ਹੈ,
ਕਿਉਂਕਿ ਜਿਹੜੇ ਸਾਡੇ ਰਿਸੋਰਸਿਸ ਨੇ, ਸਾਡੇ ਵਾਟਰ ਨੇ, ਉਹ ਆਪਣੇ ਕੰਟੈਮੀਨੇਟ ਕਰ ਦਿੱਤੇ ਨੇ, ਬਹਾਨੇ ਲਾ ਲਾ ਕੇ ਜੀ ਆਪਣਾ ਸਫਾਈਆਂ ਕਰ ਰਹੇ ਨੇ। ਦੇ ਆਰ ਪੋਰਿੰਗ ਇਨਟੂ ਦ ਲੈਂਡ ਐਂਡ ਜਿਹੜੀ ਲੈਂਡ ਵੀ ਆ ਉਹ ਵੀ ਕੰਟੈਮੀਨੇਟ ਹੋ ਗਈ ਆ। ਸਾਡਾ ਪਾਣੀ ਤੁਹਾਨੂੰ ਪਤਾ ਹੀ ਆ ਜਿਹੜਾ ਕਿ ਚੋਰੀ ਕਿੰਨਾ ਹੋ ਚੁੱਕਿਆ, ਤੇ ਸਾਡੀ ਬਿਜਲੀ ਦਾ ਹੁਣੀ ਮੈਂ ਤੁਹਾਨੂੰ ਦੱਸ ਕੇ ਹਟਿਆ, ਕੋਲਾ ਅਸੀਂ ਖਰੀਦ ਕੇ ਕਰਜ਼ਈ ਹੋਈ ਜਾ ਰਹੇ ਆ, ਤੇ ਉਸ ਦੇ ਨਾਲ ਜਿਹੜਾ ਕੋਲਾ ਬਰਨ ਹੁੰਦਾ ਟੌਕਸਿਕ ਹੋ ਕੇ ਕੈਂਸਰ ਹੁੰਦਾ। ਸੋ ਐਜ਼ ਅ ਹਿਊਮਨ ਬੀਇੰਗ, ਆਮ ਨਾਟ ਇਵਨ ਆਸਕਿੰਗ ਐਜ਼ ਅ ਸਿੱਖ, ਬਟ ਐਜ਼ ਅ ਹਿਊਮਨ ਬੀਇੰਗ, ਜੇ ਆਪਾਂ ਕਿਤੇ ਚੰਗੇ ਹੁਣ ਦੇਸ਼ ਦੇ ਵਿੱਚ ਰਹਿ ਰਹੇ ਆ, ਜਿਹੜੇ ਸਾਡੇ ਭੈਣ ਭਰਾ ਪਿੱਛੇ ਰਹਿ ਗਏ ਆ, ਕੈਨਟ ਵੀ ਹੈਵ ਦ ਸੇਮ ਫॉर them while they're like left out there? So ਇੰਨੀਆਂ ਹੀ ਮੇਰੀਆਂ ਬੇਨਤੀਆਂ ਨੇ, please unite। ਤੇ I'm sorry if I've hurt anyone's feeling because I had no intention to do that। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।